सतनाम वाहेगुरु साहिब जी। क्यों लीजै गढ़ बंका भाई, दोबर कोट अर तेबर खाई रहाओ। क्यों लीजै गढ़ बंका भाई, दोबर कोट अर तेबर खाई रहाओ। पाँच पचीस मोह मद मत सुर, आडी पर बल माया। जन गरीब को जोर न पहुँचै, कहाँ करूँ रघुराया। काम के बारी दुख सुख दरबानी, पाप पुण्य दरबाजा। क्रोध प्रदान महा बड़ दुंदर, तह मन मावासी राजा। स्वाद सुनाहा टोप ममता को, कबुद्ध कमान चढ़ाई। तिसना तीर रहे कट पीतर, यों गढ़ लियो न जाई। प्रेम पलीता सुरत हबाई, घोड़ा ज्ञान चलाया। ब्रह्म अगन सहजे पर जाली, कह चोट से जाया। सत संतोख ललरने लागा, तोरे दोए दरबाजा। साध संगत और गुर की कृपा ते, पकड़ो गढ़ को राजा। भगवत पीर शक्त सिमरन की, कटी काल भै फासी। दास कमीर चढ़ियो गढ़ उपर, राज लियो अबनासी। दास कमीर चढ़ियो गढ़ उपर, राज लियो अबनासी। परम सत्कारयोग गुरु रूप गुरु प्यारी साध संगत जीओ। आओ मना दियां खिंडियां होइयां बिरतियां नूं करिए एकागर, करिए रसना पवित्र, ते बोलीए सारे वाहिगुरु जी का खालसा, वाहिगुरु जी की फतेह। गुरमुख प्यारिओ, ਜਿਹੜਾ ਹੁਣੇ ਆਪਾਂ शब्द सरवण कीता, ये शब्द धन धन श्री गुरु ग्रंथ साहिब जी दे 1161 अंग उपर सुशोभित है अते भगत कबीर जी दी रसना तो फरमान किया होया है। गुरमुख प्यारिओ, ये गुरबाणी दी जिहड़ी अंदरली बनतर आ ना, बहुत सुंदर तरीके दे नाल, बड़ी ही सूझ-बूझ दे नाल धन गुरु अर्जन देव सच्चे पातशाह जी ने कीती है। जद राग शुरू हुंदे आ, पहला बाणी धन श्री गुरु नानक देव सच्चे पातशाह जी दी आउंदी है। उस तो बाद दूजे पातशाह, तीजे पातशाह, चौथे पातशाह, पंजवें पातशाह, नौवें पातशाह, ते उस तो बाद भगतां दी बाणी शुरू हुंदी है। जदों भगतां दी बाणी शुरू हुंदी है
ਤਾਂ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ। ਅਗਰ ਕਿਸੇ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ, ਫਿਰ ਦੂਜੇ ਪਾਤਸ਼ਾਹ ਤੋਂ ਸ਼ੁਰੂ ਹੋਊਗੀ, ਦੂਜੇ ਪਾਤਸ਼ਾਹ ਦੀ ਨਹੀਂ ਹੈ, ਤੀਜੇ ਪਾਤਸ਼ਾਹ ਤੋਂ, ਤੀਜੇ ਪਾਤਸ਼ਾਹ ਦੀ ਵੀ ਬਾਣੀ ਉਸ ਰਾਗ ਦੇ ਵਿੱਚ ਉਚਾਰਨ ਨਹੀਂ ਕੀਤੀ ਹੋਈ ਤਾਂ ਚੌਥੇ ਪਾਤਸ਼ਾਹ ਤੋਂ ਵੀ ਬਾਣੀ ਸ਼ੁਰੂ ਹੋ ਸਕਦੀ ਹੈ। ਭਾਵ ਪਹਿਲਾਂ ਗੁਰੂਆਂ ਦੀ ਬਾਣੀ ਆਉਂਦੀ ਹੈ, ਫਿਰ ਭਗਤਾਂ ਦੀ ਬਾਣੀ ਆਉਂਦੀ ਹੈ, ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਪਹਿਲਾਂ ਆਉਂਦੀ ਹੈ। ਸੋ ਇਹ ਸ਼ਬਦ ਆ ਜਿਹੜਾ ਅੱਜ ਆਪਾਂ ਇਹਦੀ ਸ਼ਬਦ ਦੀ ਵਿਚਾਰ ਕਰਾਂਗੇ ਸਤਿਗੁਰਾਂ ਦੀ ਕਿਰਪਾ ਦਾ ਸਦਕਾ, ਕਿਉਂਕਿ ਸ਼ਬਦ ਜੇ ਕਿਤੇ ਇਹ ਸਮਝ ਆ ਗਿਆ, ਸਾਨੂੰ ਵਿਚਾਰ ਸਮਝ ਆ ਗਈ, ਲੱਗ ਗਈ, ਆਪਾਂ ਕਰ ਸਕੇ ਗੁਰੂ ਦੀ ਕਿਰਪਾ ਦੇ ਨਾਲ, ਤੇ ਬਹੁਤ ਵੱਡਾ ਮਸਲਾ ਸਾਡਾ ਹੱਲ ਹੋ ਸਕਦਾ। ਅਸੀਂ ਮਨਮੁਖ ਤੋਂ ਗੁਰਮੁਖ ਬਣ ਸਕਦੇ ਹਾਂ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਅੰਦਰਲੀ ਗੱਲ ਆ। ਮਨ ਹੀ ਵਿਗੜਿਆ ਹੋਇਆ, ਮਨ ਨੇ ਆਪਣਾ ਰਾਜ ਕਾਇਮ ਕਰ ਲਿਆ। ਐਂ ਸਮਝ ਲਈਏ ਬਈ ਕਿਸੇ ਦੇਸ਼ ਦੇ ਵਿੱਚ ਬੁਰਾ ਰਾਜਾ ਆ ਗਿਆ, ਉਹ ਰਾਜੇ ਦੇ ਆਲੇ ਦੁਆਲੇ ਵੀ ਬੁਰੇ ਲੋਕ ਆ ਤੇ ਲੋਕ ਉਹ ਤੋਂ ਪਰੇਸ਼ਾਨ ਆ ਉਸ ਰਾਜੇ ਤੋਂ। ਜੇ ਕਿਤੇ ਉਹਦਾ ਰਾਜ ਲੈ ਕੇ ਚੰਗਾ ਰਾਜਾ ਆ ਜਾਵੇ ਤਾਂ ਲੋਕ ਸੁਖੀ ਹੋ ਸਕਦੇ ਆ। ਇਸੇ ਉਦਾਹਰਨ ਨੂੰ ਆਪਾਂ ਅੰਦਰ ਲੈ ਜਾਈਏ। ਜੇ ਕਿਤੇ ਮਨ ਰਾਜਾ ਬਣ ਕੇ ਬਹਿ ਗਿਆ, ਵਿਗੜਿਆ ਹੋਇਆ ਮਨ, ਐਂ ਕਹਿ ਲਈਏ ਵੀ ਵਿਗੜਿਆ ਹੋਇਆ ਮਨ ਰਾਜਾ ਬਣ ਕੇ ਬਹਿ ਗਿਆ, ਤਾਂ ਇਹਨੇ ਰਾਜ ਕਾਇਮ ਕਰ ਲਿਆ, ਤਾਂ ਉਹਨੂੰ ਉਸ ਰਾਜ ਗੱਦੀ ਤੋਂ ਉਤਾਰਨਾ ਬਹੁਤ ਔਖਾ ਹੋ ਜਾਂਦਾ। ਇਹ ਅੰਦਰਲੀ ਕਿਰਿਆ ਸਾਡੇ ਨਾਲ ਇਹ ਹੋਇਆ। ਸਾਡਾ ਮਨ ਵਿਗੜਿਆ ਹੋਇਆ, ਵਿਗੜੇ ਹੋਏ ਮਨ ਨੇ ਆਪਣਾ ਰਾਜ ਕਾਇਮ ਕੀਤਾ ਹੋਇਆ, ਇਸ ਕਰਕੇ ਅਸੀਂ ਪਰੇਸ਼ਾਨ ਹਾਂ। ਇਹਨੂੰ ਹੁਣ ਇਸ ਰਾਜ ਗੱਦੀ ਤੋਂ ਲਾਉਣਾ ਕਿਵੇਂ ਲਾਇਆ ਜਾ ਸਕਦਾ? ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦੀ ਕਿਰਪਾ ਦੇ ਨਾਲ, ਤੇ ਲਾ ਕੇ ਚੰਗੇ ਮਨ ਨੂੰ ਬਿਠਾਉਣਾ, ਤਾਂ ਕਿ ਸਾਡੀ ਅਵਸਥਾ ਜਿਹੜੀ ਹੈ ਮਨਮੁਖ ਤੋਂ ਗੁਰਮੁਖ ਵਾਲੀ ਬਣ ਜਾਵੇ। ਆਓ ਇੱਕ ਇੱਕ ਸ਼ਬਦ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਕਿਉਂ ਲੀਜੈ ਗੜ ਬੰਕਾ ਭਾਈ। ਪਹਿਲਾ ਹੀ ਸਵਾਲ ਆ, ਕੁਐਸਚਨ ਮਾਰਕ ਆ। ਕਿਉਂ ਲੀਜੈ ਗੜ ਬੰਕਾ ਭਾਈ। ਕਿਵੇਂ ਆਪਣੇ ਬੁਰੇ ਮਨ ਨੂੰ ਰਾਜਗੱਦੀ ਤੋਂ ਉਤਾਰ ਕੇ ਮੈਂ ਚੰਗੇ ਮਨ ਨੂੰ ਬਿਠਾ ਸਕਦਾ ਹਾਂ? ਬੜਾ ਮੁਸ਼ਕਿਲ ਕੰਮ ਹੈ, ਕਿਉਂਕਿ ਇਹ ਕਿਲਾ ਬੜਾ ਸਖਤ ਹੈ। ਮੈਂ ਗਰੀਬ ਤੋਂ ਤੋੜਿਆ ਨਹੀਂ ਜਾ ਸਕਦਾ, ਪੱਕਾ ਕਿਲਾ ਅੰਦਰ ਬਣਿਆ ਹੋਇਆ ਭਾਈ। ਦੋਬਰ ਕੋਟ ਅਰ ਤੇਵਰ ਖਾਈ ਰਹਾਉ। ਦੋਬਰ ਕੋਟ ਦੁਐਤ ਦੀ ਕੰਧ ਬਣੀ ਹੋਈ ਆ, ਅਰ ਤੇਵਰ ਖਾਈ ਤਿੰਨਾਂ ਗੁਣਾਂ ਦੀ ਖਾਈ ਬਣੀ ਹੋਈ ਹੈ। ਰਹਾਉ, ਰਹਾਉ ਦੀ ਪੰਗਤੀ ਸੈਂਟਰਲ ਆਈਡੀਆ ਹੁੰਦੀ ਹੈ। ਹੁਣ ਬਾਹਰੋਂ ਆਪਾਂ ਇੱਕ ਸੀਨ ਬਣਾਉਣਾ, ਜਿਹਨੇ ਤਾਂ ਕਿਲੇ ਦੇਖੇ ਹੋਏ ਆ ਉਹਨੂੰ ਤਾਂ ਪਤਾ ਲੱਗ ਜੂ ਛੇਤੀ। ਜਿਵੇਂ ਰਾਜੇ ਮਹਾਰਾਜੇ ਅੱਗੇ ਕਿਲੇ ਬਣਾਉਂਦੇ ਹੁੰਦੇ ਸੀ, ਉਹੀ ਕਿਲਾ ਸਾਡੇ ਅੰਦਰ ਬਣਿਆ ਹੋਇਆ। ਬਾਹਰਲੇ ਕਿਲੇ ਦੀ ਉਦਾਹਰਨ ਤੇ ਅੰਦਰਲੇ ਦੀ ਸਾਨੂੰ ਜਾਣਕਾਰੀ ਮਿਲਣੀ ਹੈ। ਸੋ ਗੁਰੂ ਬਾਬਾ ਜੀ ਸਮਝਾਇਆ, ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਭਗਤ ਕਬੀਰ ਜੀ ਦੀ ਰਸਨਾ ਤੋਂ ਸਾਨੂੰ ਅੱਜ ਇਹ ਅਮੋਲਕ ਗਿਆਨ ਬਖਸ਼ਿਸ਼ ਕਰ ਰਹੇ ਹਨ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਬੁਰੇ ਤੋਂ ਚੰਗਾ ਬਣਾ ਸਕਦੇ ਹਾਂ। ਕੰਮ ਮੁਸ਼ਕਲ ਜ਼ਰੂਰ ਆ, ਪਰ ਨਾਮੁਮਕਿਨ ਨਹੀਂ ਹੈ। ਗੁਰੂ ਦੀ ਕਿਰਪਾ ਨਾਲ ਹੋ ਸਕਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਕਿਉਂ ਲੀਜੈ ਗੜ ਬੰਕਾ ਭਾਈ, ਦੋਬਰ ਕੋਟਰ ਤੀਵਰ ਖਾਈ ਰਹਾਓ।
ਕਿਵੇਂ ਇਸ ਅੰਦਰਲੇ ਗੁਪਤ ਕਿਲੇ ਨੂੰ ਜਿੱਤਿਆ ਜਾ ਸਕਦਾ ਭਾਈ? ਬੜਾ ਸੀਮੈਂਟ ਦਾ ਬੰਕਾ ਪੱਕਾ ਕਿਲਾ ਬਣਿਆ ਹੋਇਆ ਇਹ, ਤੇ ਇਹਦੇ ਆਲੇ ਦੁਆਲੇ ਡਬਲ ਦੀਵਾਰ ਕੀਤੀ ਹੋਈ ਆ, ਬਹੁਤ ਉੱਚੀ, ਤੇ ਤੇਵਰ ਖਾਈ ਦੀਵਾਰ ਦੇ ਨਾਲ। ਰਾਜੇ ਜਿਹੜੇ ਬਾਹਰਲੀ ਦੀਵਾਰ ਨੂੰ ਬਹੁਤ ਉੱਚੀ ਬਣਾਈ ਜਾਂਦੀ ਸੀ, ਕਿਲੇ ਦੀ ਦੀਵਾਰ ਘੱਟੋ ਘੱਟ 8-8 10-10 ਫੁੱਟ ਉੱਚੀ, ਪੂਰੀ ਚੌੜੀ ਡਬਲ ਰੱਖ ਕੇ, ਤੇ ਨਾਲ ਉਹਦੇ ਫਿਰ ਨਾ ਖਾਈ ਬਣਾ ਦਿੰਦੇ ਸੀਗੇ, ਪਾਣੀ ਛੱਡ ਦਿੰਦੇ ਸੀ ਵੀ ਜਿਹੜੀ ਵੀ ਫੌਜ ਆਊਗੀ ਉਹ ਕੰਧ ਡਬਲ ਰੋਕ ਕਰ ਸਕਦੀ ਹੈ। ਸਾਹਮਣੇ ਤਾਂ ਸਿੱਧਾ ਹੀ ਆ ਕੇ ਕੰਧ ਤੇ ਚੜ੍ਹ ਜਾਣਾ, ਸਾਹਮਣੇ ਪਾਣੀ 'ਚ ਡਿੱਗਣਾ ਆ ਕੇ। ਉਹ ਤੇਵਰ ਜਿਹੜੀ ਹੈ, ਤੇਵਰ 3 ਗੁਣਾਂ ਦੀ ਇਹ ਖਾਈ ਬਣੀ ਹੋਈ ਹੈ ਇਸ ਕਿਲੇ ਤੇ। ਇਸ ਤਰ੍ਹਾਂ ਇੱਕ ਗੁਪਤ ਕਿਲਾ ਜਿੱਥੇ ਮਨ ਨੂੰ ਫੜਨਾ, ਗਿਆਨ ਤੋਂ ਬਿਨਾਂ ਪਤਾ ਨਹੀਂ ਲੱਗਣਾ, ਗੁਰੂ ਦੇ ਓਟ ਆਸਰੇ ਤੋਂ ਬਿਨਾਂ ਪਤਾ ਨਹੀਂ ਲੱਗਣਾ, ਨਿਮਰ ਹੋਏ ਤੋਂ ਬਿਨਾਂ ਪਤਾ ਨਹੀਂ ਲੱਗਣਾ, ਗੁਰੂ ਦੇ ਦੁਆਰੇ ਤੇ ਡਿੱਗੇ ਤੋਂ ਬਿਨਾਂ ਪਤਾ ਨਹੀਂ ਲੱਗਣਾ, ਆਪਣੀ ਮੱਤ ਬੁੱਧ ਸਿਆਣਪ ਰੱਖਣ ਤੋਂ ਬਿਨਾਂ ਪਤਾ ਨਹੀਂ ਲੱਗਣਾ, ਗੁਰਪ੍ਰਸਾਦ ਦੇ ਨਾਲ ਪਤਾ ਲੱਗਣਾ। ਇਸ ਤਰ੍ਹਾਂ ਬਣਿਆ ਹੋਇਆ ਕਿਲਾ, ਦਵੈਤ ਦੀ ਤਾਂ ਕੰਧ ਆ ਤੇ ਤੇਵਰ 3 ਗੁਣਾਂ ਦੀ ਖਾਈ ਹੈ। ਰਹਾਓ 5-25 ਮੋਹ ਮਦ ਮਤਸਰ ਆਡੀ ਪਰਬਲ ਮਾਇਆ। 5 ਫਿਰ ਉਹ ਕਿਲੇ ਦੇ ਵਿੱਚ ਜਿੱਥੇ ਮਨ ਵਿਗੜਿਆ ਹੋਇਆ ਬੈਠਾ ਰਾਜਾ ਬਣਿਆ। ਇਹ ਤਾਂ ਬਾਹਰਲਾ ਦ੍ਰਿਸ਼ ਆ ਕਿਲੇ ਦਾ, ਤੇ ਅੰਦਰਲਾ ਦ੍ਰਿਸ਼ ਕੀ ਹੈ? 5-25 5 ਜਾਣੇ ਜਰਨੈਲ ਆ ਇਹ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਮਗਰ ਇਹਨਾਂ ਦੀਆਂ ਫੌਜਾਂ। ਕਾਮ ਦੀ ਫੌਜ ਅਲੱਗ ਆ, ਕ੍ਰੋਧ ਦੀ ਅਲੱਗ ਆ, ਉਹ ਸਿੰਪਟਮ ਜਿਹੜੇ ਪੈਦਾ ਹੋਣੇ ਆ, ਉਸ ਜਿਹੜੀ ਸਥਿਤੀ ਬਣਨੀ ਹੈ, ਇਸ ਤਰ੍ਹਾਂ ਇਹ ਵੱਖਰਾ ਵੱਖਰਾ। ਇਹ 5 ਦੇ ਗਾਂ 5-5 25 ਜਰਨੈਲ ਹੋਰ ਮੁਖੀ ਰੱਖੇ ਹੋਏ। ਇੱਕ ਮੇਨ ਜਰਨੈਲ ਉਹਦੇ ਨਾਲ 25 'ਚ ਹੋਰ ਵੰਡਿਆ ਹੋਇਆ, ਉਹਦੇ ਪਿੱਛੇ ਫੇਰ ਗਾਹਾਂ ਫੌਜ ਆ। 5-25 ਮੋਹ ਮਦ, ਇਸ ਨਸ਼ੇ ਦੇ ਵਿੱਚ ਮਨ ਆਇਆ ਹੋਇਆ ਵੀ ਇੰਨਾ ਮੇਰੇ ਆਲੇ ਦੁਆਲੇ ਪਹਿਰਾ ਲੱਗਿਆ ਹੋਇਆ, ਇਸ ਕਰਕੇ ਮਨ ਐਨ ਬੈਠਾ ਵਿਗੜਿਆ, ਪੂਰਾ ਮਤਵਾਲਾ ਹੋਇਆ ਨਸ਼ੇ ਦੇ ਵਿੱਚ, ਮਤ ਸਰ ਰੰਗਿਆ ਪਿਆ। ਆਡੀ ਪਰਬਲ ਮਾਇਆ, ਇਹ ਸਾਰਾ ਮਾਇਆ ਦਾ ਖੇਲ ਹੈ ਭਾਈ। ਹੁਣ ਦੇਖੋ ਗੁਰਬਾਣੀ ਦਾ ਗਿਆਨ ਗੁਰਮੁਖ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਦਿਲ 'ਚੋਂ ਕਹਿਣ ਨੂੰ ਜੀ ਕਰਦਾ ਵੀ ਕੋਈ ਵੀ ਮਨ ਗੋਰਾ ਕਾਲਾ ਭੈਣ ਭਾਈ ਇਹ ਸੁਣ ਲਵੇ ਤਾਂ ਅਸੀਂ ਸਾਡੇ ਅੰਦਰਲਾ ਕਾਰਜ ਹੋ ਸਕਦਾ। ਮਾਇਆ ਦੇ ਵਿੱਚ, ਮਾਇਆ ਦਾ ਦੇਸ਼ ਆ ਇਹ। ਇਸ ਤਰ੍ਹਾਂ ਇਹ 5 ਆਪਣੇ ਆਲੇ ਦੁਆਲੇ ਬਣਾ ਕੇ, 25 ਉਹਨਾਂ ਦੇ ਗਾਹਾਂ ਆਲੇ ਦੁਆਲੇ, ਫਿਰ ਗਾਂ ਫੌਜ, ਇਹ ਜਿਹੜਾ ਮਾਨਾ ਇਹ ਬਣਾਈ ਬੈਠਾ ਕਿਲਾ। ਹੁਣ ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾਂ ਕਰੂੰ ਰਘੂ ਰਾਇਆ। ਜਨ ਗਰੀਬ ਕੋ, ਹੁਣ ਐਡਾ ਵੱਡਾ ਪਸਾਰਾ ਉਹਦੇ ਕੋਲੇ ਮਾਇਆਵਾਦੀ ਹੈ, ਜਿਹੜਾ ਮਾਇਆ ਦੇ ਕੋਲੇ ਬਹੁਤ ਤਾਕਤ ਹੁੰਦੀ ਹੈ। ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਮਾਇਆ ਨੂੰ ਜਿੱਤਿਆ ਨਹੀਂ ਜਾ ਸਕਦਾ। ਬੜੇ ਰੰਗ ਦਿਖਾਉਂਦੀ ਹੈ, ਬੜਾ ਇਹ ਪਰੇਸ਼ਾਨ ਕਰਦੀ ਹੈ ਬੰਦੇ ਨੂੰ। ਜਦੋਂ ਮਾਇਆ 'ਚੋਂ ਨਿਕਲਦਾ ਨਾ, ਜਾਣੀ ਕਿ ਬੁਰਾ ਹਾਲ ਹੋ ਕੇ ਹੀ ਬੰਦੇ ਦਾ ਨਿਕਲ ਸਕਦਾ, ਤੇ ਨਹੀਂ ਤਾਂ ਇਹ ਮਾਇਆਵਾਦੀ ਵਿਚਾਰ, ਮਾਇਆਵਾਦੀ ਲੋਕ, ਮਾਇਆਵਾਦੀ ਦੇਸ਼, ਇਹ ਸਾਰਾ ਬੜਾ ਤੰਗ ਕਰਦਾ। ਜਨ ਗਰੀਬ ਕੋ ਜੋਰ ਨਾ ਪਹੁੰਚੈ। ਹੁਣ ਮੈਂ ਆ ਗਰੀਬ, ਮੈਂ ਆ ਜਨ ਦਾਸ। ਦੂਜੇ ਪਾਸੇ ਮਾਇਆ ਦਾ ਪ੍ਰਭਾਵ, ਕਿਲਾ ਵੀ ਵੱਡਾ ਬਣਿਆ ਹੋਇਆ, ਲੋਕ ਵੀ ਜ਼ਿਆਦੇ ਆ, ਮਾਇਆ ਦੀ ਜਿਹੜਾ ਪ੍ਰਭਾਵ ਵੀ ਜ਼ਿਆਦੇ ਆ, ਤੇ ਮੈਂ ਕਿਵੇਂ ਜਿੱਤ ਸਕਦਾ? ਜਨ ਗਰੀਬ ਕੋ ਜੋਰ ਨਾ ਪਹੁੰਚੈ। ਮੇਰਾ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ, ਹੇ ਕਾਲ ਪੁਰਖ ਜੀ, ਇੱਥੇ ਅਵਸਥਾ ਬਣਨੀ ਆ। ਅਬ ਹਮ ਚੱਲੀ ਠਾਕਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਜਨ ਗਰੀਬ ਕੋ ਜੋਰ ਨਾ ਪਹੁੰਚੈ। ਮੇਰਾ ਗਰੀਬ ਦਾ, ਦਾਸ ਦਾ ਕੋਈ ਜ਼ੋਰ ਨਹੀਂ ਚੱਲਦਾ। ਕਹਾਂ ਕਰੂੰ ਰਘੂ ਰਾਇਆ।
हे परमात्मा, हे वाहिगुरू, हे अकाल पुरख सच्चे पातशाह, मेरे अंदर तुसी ज्ञान दिता, जो भी कहा भी इस तरह मन बिगड़दा, इस तरह राजा बन जाता, मेरे अंदर बिल्कुल इसे तरह ही होया पिया। समझ गया मन, गुरबाणी के ज्ञान नूं जदों समझ लिया, अपने आप ते टुका लिया, तो लग गया पता मेरे नाल भी ये होई होई है। काम कबारी दुख सुख दरबानी, पाप पुन दरवाजा। हुण गुरु दे जोर तो बिना, गुरु की किरपा तो बिना अपनी मत नाल मनुख इस जंग नूं जित नहीं सकता, क्योंकि मनुख कोल जोर नहीं, मनुख कोल अकल नहीं, मनुख कोल ज्ञान नहीं। एक गुप्त फौज अंदरों ताकत चाहिदी है मनुख नूं। वो ताकत कित्थों मिलती है? वो मिलती है गुरु तो, गुरप्रसाद दे राही। हुण अंदर किले बारे होर जानकारी दे रहे हैं गुरु पातशाह जी भगत कबीर जी की रसना तो, कि अंदर की बनया पिया। देखो अपने अपने ते टुका लेनी है। जिने तक गुरबाणी तो पढ़न सुनन समझण दा पहला तरीका सब तो यही है भी जो वचन सुनाया जा रहा वो मैनू सुनाया जा रहा, मेरा मन बिगड़िया होया। फिर अगली अवस्था जिहड़ी है सवरनी शुरू होगी। पहला तो अपने अंदर जिहड़ा अंदर गुप्त एक्सरा वो गुरबाणी दिखाउंदी है। हुण अगे की होया आओ अंदर नूं ही झाती मारीए। इस तरह किले दे विच राजा बनया मेरा बिगड़िया होया मन बैठा। काम के बारी ਉਹਦੇ किले ਦੀ अंदरली फौज ਦੇ ਮੂਹਰੇ काम खड़ा, काम राजा खड़ा। ये जरनैल, 5 जरनैल काम क्रोध लोभ मोह हंकार, ये सब तो पहला सब तो जिहड़ा है मुख दे विच काम खड़ा। किवारी ये कबाड़ ते गेट ते खड़ा, ये अंदर नहीं जाण दिंदा मनुख नूं, ये सिट लैंदा। ये जिहड़ा है ये कबाड़ दे मूहरे गेटां दे भी जिहड़े तख्ते लगे हुए हैं ना अंदर, वो अगे आउणगे। पहला मूहरे पहरेदार कौन खड़ा वर्षा लई, जिवें कह लईए खड़ा होवे किसे किले दे मूहरे, वो है काम सिओ। काम कबारी दुख सुख दरबानी। फिर काम आ जिहड़ा इहदे अगे दुख ते सुख दो दरब्यान बने खड़े आ। एक तो बाहर खड़ा ना जिहड़ा चेक करके जान दिंदा किले चों अंदर, मान लो अंदरों अंदर चले गए, अंदर हुण दो दरब्यान जिहड़े बरछे एक दूजे नाल जोड़ी जे खड़े हुंदे आ, क्रॉस जिहा बनाई, उस तरह खड़े आ अंदर। वो कौन आ? पहला तो बाहरला हो गया काम सिओं, ते दूजा की है दुख सुख दरबानी। वो दरवाजे दे उत्ते अंदर खड़े आ दुख ते सुख। पाप पुन दरवाजा। फिर दरवाजा काहदा जी? देखो कितना सोहना नक्शा बन रहा, सोच के देखो। बिरतियां ऐन एकागर कर लो तो दिसण लग जे आपां नूं। ओह किला बाहर खड़ा एक बंदा, उहदा नाम आ काम सिओ, ते अंदर दो खड़े आ जिहड़े ऐ वर्षे जोड़ी जिहड़े पूरे डटे खड़े आ, उन्हां दा नाम हैगा दुख ते सुख। ते जिहड़े दरवाजे लगे हुए आ दरवाजियां दा नाम हैगा पाप ते पुन्न। काम के बारी दुख सुख दरबानी, पाप पुन्न दरवाजा। होर अगे क्रोध प्रधान। जदों हुण इन्हां तो भी लंघ गया, अंदर नूं चलिया गया, अंदर जिहड़ी महफल लगी हुई आ, अंदर जिहड़ी सारा जिथे बैठा मन, उत्थे सारे कासे दी प्रधानता किहदी चलदी है? उस महफल दे विच प्रधान कौन आ? क्रोध। क्रोध प्रधान महाबड़ दुंदर। हुण ये क्रोध आ जिहड़ा आले दुआले सारे निगाह रखी फिरदा भी कोई बाहरों आ तां नहीं सकदा, कोई चंगी आवाज़ तां नहीं इनू सुन सकदी, किसी दी अकल मत तां नहीं ये सुनदा, किते गुरबाणी दी गल तां ना इनू सुन जावे। वो क्रोध आ जिहड़ा अंदरों पूरा ऐन गुस्से दे विच मुच्छां चौड़ियां दुंदर हुंदा, भयानक रूप धारण करी फिरदा आले दुआले सारे।
ਤਹਿ ਮਨ ਮਾ ਬਾਸੀ ਰਾਜਾ। ਇਸ ਸਾਰੇ ਕਿਲੇ ਦੇ ਵਿੱਚ ਮਨ ਮਾ ਬਾਸੀ ਰਾਜਾ, ਮਨ ਆ ਜਿਹੜਾ ਪੂਰਾ ਜਿਹੜਾ ਆਕੜਿਆ ਹੋਇਆ, ਜਿਹਨੂੰ ਕਹਿ ਦਈਏ ਰਾਜਾ ਬਣਿਆ ਬੈਠਾ। ਆ ਅੰਦਰਲੀ ਹਾਲਤ ਆ ਭਾਈ, ਸਮਝ ਲੱਗ ਗਈ। ਬਾਹਰਲੇ ਕਿਲੇ ਦੀ ਸਾਰੀ ਉਦਾਹਰਨ ਦੇ ਕੇ ਇੱਕ ਵਾਰੀ ਫੇਰ ਸਮਝ ਲਈਏ ਵੀ ਕੀ ਬਣਿਆ ਹੋਇਆ ਅੰਦਰ। ਕਾਮ ਕਿਬਾਰੀ ਦੁੱਖ ਸੁਖ ਦਰਬਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ, ਮਹਾਂ ਵੱਡ ਦੁੰਦਰ ਭਿਆਨਕ ਰੂਪ। ਤਹਿ ਉਸ ਜਗ੍ਹਾ ਤੇ ਮਨ, ਮੇਰਾ ਮਨ ਮਾ ਬਾਸੀ ਰਾਜਾ, ਰਾਜਾ ਬਣਿਆ ਬੈਠਾ। ਸੁਵਾਦ ਸਨਾਹ ਟੋਪ ਮਮਤਾ ਕੋ, ਕੁਬੁੱਧ ਕਮਾਨ ਚੜਾਈ। ਨਿਸ਼ਾਨੀਆਂ ਕੀ ਆ ਹੁਣ ਆਪਣੇ ਆਪਣੇ ਅੰਦਰੋਂ, ਜਿਹਦਾ ਮਨ ਇਸ ਤਰ੍ਹਾਂ ਬੈਠਾ, ਕਿਉਂਕਿ ਗੁਰਬਾਣੀ ਨੇ ਸ਼ੀਸ਼ਾ ਦਿਖਾ ਦੇਣਾ ਹੁੰਦਾ ਗੁਰਮੁਖ ਪਿਆਰਿਓ, ਤੇ ਆਪਣੇ ਆਪਣੇ ਅੰਦਰ ਝਾਤੀ ਵੱਜ ਜਾਣੀ ਆ। ਜਿਹੜਾ ਤਾਂ ਮੰਨ ਗਿਆ ਵੀ ਹਾਂ ਠੀਕ ਆ, ਉਹ ਤਾਂ ਸਬਰਨਾ ਹੋ ਗਿਆ ਸ਼ੁਰੂ। ਗਲਤੀ ਹੋਣੀ ਵੱਡੀ ਗੱਲ ਨਹੀਂ, ਗਲਤੀ ਕਰਕੇ ਨਾ ਮੰਨਣਾ ਵੱਡੀ ਗੱਲ ਆ। ਗੁਰੂ ਤੋਂ ਦੂਰ ਰਹੇ ਹੁਣ ਤੱਕ ਕੋਈ ਗੱਲ ਨਹੀਂ, ਹੁਣੀ ਮੰਨ ਲਈਏ, ਹੁਣੀ ਗੁਰਬਾਣੀ ਨਾਲ ਜੁੜ ਜਾਈਏ, ਸਾਨੂੰ ਆਪਣੇ ਅੰਦਰ ਦਾ ਪਤਾ ਲੱਗ ਜੂ। ਸਵਾਦ ਸਨਾਹਾ, ਹੁਣ ਉਹ ਰਾਜਾ ਐਡਾ ਵੱਡਾ ਬੈਠਾ, ਇੰਨਾ ਕੁਛ ਉਹਦੇ ਕੋਲ ਆ, ਮੈਂ ਗਰੀਬ ਕਿਵੇਂ ਕਰ ਸਕਦਾ ਉਹਦਾ ਜਿਹੜਾ ਹੈ ਮੁਕਾਬਲਾ। ਸਵਾਦ ਦਾ ਟੋਪ ਪਹਿਨਿਆ ਹੋਇਆ, ਹੁਣ ਮੇਰਾ ਮਨ ਸਵਾਦਾਂ ਦੇ ਵਿੱਚ ਫਸਿਆ ਹੋਇਆ। ਇਹ ਸਨਾ ਇਹ ਪਹਿਨੀ ਹੋਈ ਆ ਜਿਹੜੀ ਲੋਹੇ ਦੀ, ਜਿਹੜੀ ਬਖਤਰਬੰਦ ਜਿਹਦੇ ਨਾਲ ਲੜਾਈ ਕਰਨੀ ਹੈ ਜਿਹੜੀ, ਇਹ ਤਾਂ ਮੇਰੀ ਹੈਗੀ ਆ, ਸਵਾਦਾਂ 'ਚ ਫਸਿਆ ਹੋਇਆ ਮਨ ਮੇਰਾ। ਟੋਪ ਮਮਤਾ ਕੋ, ਟੋਪੀ ਲਈ ਹੋਈ ਆ ਜਿਹੜੀ ਮਮਤਾ ਦੀ, ਇਹ ਮੈਨੂੰ ਪਕੜ ਆ, ਮੇਰੇ ਮਨ ਨੂੰ ਪਕੜ। ਜਿੱਥੇ ਮੈਂ ਕਰ ਲਈ, ਜਿੱਥੇ ਮੈਂ ਪਕੜ ਲਿਆ ਜਿਹੜੀ ਚੀਜ਼ ਨੂੰ, ਉਹਨੂੰ ਮੈਂ ਛੱਡ ਕੇ ਨਹੀਂ ਰਾਜੀ, ਮਰਨੀ ਮਰ ਜੂੰ, ਛੱਡਦਾ ਨਹੀਂ। ਇਹ ਮੇਰੀ ਪਕੜ ਬਣੀ ਹੋਈ ਹੈ ਮਮਤਾ ਕੋ। ਜੇ ਹੁਣ ਦੇਖੋ ਜਿਹੜਾ ਮਨ ਸਵਾਦਾਂ 'ਚ ਫਸਿਆ ਹੋਇਆ, ਸਮਝ ਲਓ ਉਹਦੀ ਕੁਬੁੱਧ ਜਿਹੜਾ ਹੈ ਬੁਰੇ ਪਾਸੇ ਉਹਦੀ ਬਣ ਗਈ, ਉਹਦਾ ਮਨ ਆ ਜਿਹੜਾ ਬੁਰਾ ਰਾਜਾ ਬਣਿਆ ਬੈਠਾ। ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਇੱਕ ਤਾਂ ਬੁੱਧੀ ਦੀ ਕਮਾਨ ਹੋਣੀ ਸੀ, ਤੇ ਕਮਾਨ ਆ ਮੇਰੇ ਕੋਲੇ ਕੁਬੁੱਧੀ ਦੀ। ਹੁਣ ਮੈਂ ਕਿਵੇਂ ਜਿੱਤਾਂ? ਭਾਵ ਮੇਰੇ ਕੋਲੇ ਆਹ ਕੁਛ ਆ ਮਹਾਰਾਜ, ਮੰਨ ਗਿਆ ਮੈਂ ਦੁੱਖ। ਕਹਿੰਦੇ ਹਾਂ ਜੀ, ਐਂ ਸਮਝ ਲਈਏ ਜਿਵੇਂ ਗੁਰੂ ਕੋਲ ਕੋਈ ਆਇਆ, ਕਹਿੰਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੇ ਜਿਹੜਾ ਘਰ ਦੇ ਉੱਤੇ ਨਾ ਕਿਸੇ ਨੇ ਕਬਜ਼ਾ ਕਰ ਲਿਆ। ਹੁਣ ਉਹਨਾਂ ਦੀ ਪਹੁੰਚ ਬਹੁਤ ਆ, ਬਾਹਰ ਅੰਦਰ ਸਾਰੀ ਦੁਨੀਆ ਉਹਨਾਂ ਦੀ ਖਰੀਦੀ ਹੋਈ ਹੈ, ਮੇਰੀ ਗਰੀਬ ਦੀ ਕੋਈ ਚੱਲਦੀ ਨਹੀਂ। ਹੁਣ ਗੁਰੂ ਕਹਿੰਦਾ ਵੀ ਐਂ ਦੱਸ, ਤੇਰੇ ਕੋਲੇ ਕੁਛ ਉਹਨਾਂ ਨਾਲ ਮੁਕਾਬਲਾ ਕਰਨ ਨੂੰ ਹੈਗਾ? ਕਹਿੰਦਾ ਜੀ ਮੇਰੇ ਕੋਲ ਤਾਂ ਆਹ ਕੁਛ ਆ। ਮੰਨ ਗਿਆ, ਫਿਰ ਵੀ ਚੰਗਾ ਰਹਿ ਗਿਆ। ਕਹਿੰਦਾ ਮੇਰੇ ਕੋਲ ਤਾਂ ਸਵਾਦ ਸੁਨਾ ਟੋਪ ਮਮਤਾ ਕੋ, ਕੁਬੁੱਧ ਕਮਾਨ ਚੜਾਈ, ਕੁਬੁੱਧੀ ਦੀ ਕਮਾਨ ਚੜਾਈ ਹੋਈ ਆ ਅੰਦਰ। ਤਿਸ਼ਨਾ ਤੀਰ ਰਹੇ ਘਟ ਭੀਤਰ, ਤੇ ਇਹ ਕੁਬੁੱਧੀ ਦੀ ਕਮਾਨ ਚੋਂ ਤ੍ਰਿਸ਼ਨਾ ਦੇ ਤੀਰ ਨਿਕਲ ਰਹੇ ਆ। ਅੰਦਰੋਂ ਤ੍ਰਿਸ਼ਨਾਲੂ ਬਿਰਤੀ ਹੋਈ ਹੈ। ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ, ਉਹ ਗੱਲ ਹੋਈ ਹੈ। ਇਉਂ ਇਸ ਤਰ੍ਹਾਂ ਇਸ ਸਮਾਨ ਦੇ ਨਾਲ ਗੱਡ ਲਿਓ ਨਾ ਜਾਏ। ਐਡਾ ਵੱਡਾ ਕਿਲਾ, ਐਡੀ ਫੌਜ, ਇੰਨੀ ਉਹਨਾਂ ਦੀ ਪਾਵਰ, ਤੇ ਮੇਰੇ ਕੋਲ ਤਾਂ ਕੁਛ ਵੀ ਹੈ ਨਹੀਂ ਗਾ। ਐਂ ਨਹੀਂ ਕਿਲਾ ਜਿੱਤਿਆ ਜਾ ਸਕਦਾ। ਹੁਣ ਗੁਰੂ ਕੋਲ ਆ ਗਿਆ ਨਾ, ਹੁਣ ਗੁਰੂ ਆਏ ਦੀ ਪੈਜ ਰੱਖਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਹੁਣ ਮੰਨ ਲਓ ਮੈਂ ਤਾਂ ਗੁਰੂ ਦੇ ਅੱਗੇ ਢਹਿ ਢੇਰੀ ਹੋ ਗਿਆ ਵੀ ਆਹ ਕੋ ਜਪ ਜੀ, ਮੇਰੇ ਕੋਲੇ ਤਾਂ ਮੈਨੂੰ ਸਵਾਦਾਂ 'ਚ ਫਸਿਆ ਹੋਇਆ, ਪਕੜ ਮੈਨੂੰ ਬਹੁਤ ਆ, ਮੈਂ ਛੱਡ ਨਹੀਂ ਸਕਦਾ। ਜਿਹੜੀ ਚੀਜ਼ ਪਕੜ ਲਈ ਮੇਰਾ ਮਨ ਡੋਬ ਪੈਂਦੇ ਆ। ਕੁਬੁੱਧੀ, ਮੈਨੂੰ ਬੁੱਧੀ ਕੋਈ ਨਹੀਂ, ਇਹ ਮੇਰੀ ਕਮਾਨ ਚੜੀ ਹੋਈ ਆ। ਤ੍ਰਿਸ਼ਨਾ ਦੇ ਤੀਰ ਅੰਦਰੋਂ ਨਿਕਲ ਰਹੇ ਆ। ਇਉਂ ਗੱਡ ਲਿਓ ਨਾ ਜਾਈ, ਭਾਵ ਹੁਣ ਮੇਤੋਂ ਇਹ ਕਿਲਾ ਆਪਣੇ ਆਪ ਤੋਂ ਜਿੱਤਿਆ ਨਹੀਂ ਜਾ ਸਕਦਾ। ਹਾਰ ਪਿਆ, ਢਹਿ ਗਿਆ, ਡਿੱਗ ਪਿਆ।
ਜਿਵੇਂ ਕੋਈ ਚਿੱਕੜ ਦੇ ਵਿੱਚ ਫਸ ਜਾਂਦਾ ਮਨੁੱਖ, ਜੇ ਉਹ ਚਿੱਕੜ ਦੇ ਵਿੱਚੋਂ ਕਹਿੰਦੇ ਨਿਕਲਣ ਦੀ ਕੋਸ਼ਿਸ਼ ਜਿੰਨੀ ਕਰਦਾ ਉਨਾ ਉਹ ਹੋਰ ਫਸੀ ਜਾਂਦਾ। ਉਹਨੂੰ ਬਾਹਰਲੀ ਮਦਦ ਦੀ ਲੋੜ ਆ। ਹੁਣ ਉਹ ਚਿੱਕੜ ਦੇ ਵਿੱਚੋਂ ਕੱਢਿਆ ਕਿਵੇਂ ਜਾ ਸਕਦਾ? ਉਹ ਐਨ ਨਿਰਛਲ ਹੋ ਕੇ ਲੰਮਾ ਪੈ ਜਾਵੇ, ਹੱਥ ਪੈਰ ਨਾ ਮਾਰੇ, ਐਂ ਕਹਿੰਦੇ ਪੂਰੇ ਫੈਲਾ ਲਵੇ ਤਾਂ ਕਿ ਉਹ ਥੱਲੇ ਚਿੱਕੜ ਦੇ ਵਿੱਚ ਜਾਵੇ ਨਾ। ਜਦੋਂ ਸਿੱਧਾ ਖੜਾ ਲੱਤਾਂ ਮਾਰਦਾ ਉਹ ਥੱਲੇ ਨੂੰ ਜਾਂਦਾ, ਆਪਣੀ ਕੋਸ਼ਿਸ਼ ਕਰਦਾ ਥੱਲੇ ਨੂੰ ਜਾਂਦਾ। ਹੁਣ ਬਾਹਰੋਂ ਆ ਕੇ ਕੋਈ ਰੱਸਾ ਸੜ ਦੇਵੇ, ਰੱਸੇ ਨੂੰ ਫੜ ਕੇ ਉਹ ਚਿੱਕੜ ਤੋਂ ਨਿਕਲ ਸਕਦਾ, ਜਾਂ ਖੂਹ ਲਾ ਲਈਏ। ਇਸੇ ਤਰ੍ਹਾਂ ਮਨ ਫਸਿਆ ਹੋਇਆ, ਮਨ ਦੀ ਜਿਹੜੀ ਇੱਥੇ ਆ ਕੇ ਹਉਮੈ ਢਹਿ ਗਈ, ਡਿੱਗ ਪਿਆ ਮਨ ਵੀ ਮੇਤੋਂ ਤਾਂ ਨਹੀਂ ਜਿੱਤਿਆ ਜਾ ਸਕਦਾ, ਮੇਰੇ ਵੱਸ ਦਾ ਰੋਗ ਨਹੀਂ। ਹੁਣ ਗੁਰੂ ਕੋਲ ਆ ਕੇ ਬਹਿ ਗਿਆ। ਹੁਣ ਇਹ ਗੁਰੂ ਨੇ ਦਿੱਤੀ ਮੱਤ। ਪਹਿਲਾਂ ਕੀ ਕਹਿੰਦਾ ਮੈਂ ਮੇਰੀ ਛੱਡ, ਇਹ ਸਮਝਾਇਆ। ਪ੍ਰੇਮ ਕਰਨਾ ਸਿਖਾਇਆ। ਦੁਨੀਆ ਦੇ ਪ੍ਰੇਮ ਤੋਂ ਸੁਰਤ ਮੋੜੀ। ਨਕਲ ਆ ਦੁਨੀਆ ਜਿਹੜੀ ਇਸ ਦਿਖਦਾ, ਇਹ ਨਕਲ ਆ। ਜਿਹੜਾ ਪਰਮਾਤਮਾ ਦੀ ਜੋਤ ਆ ਵਾਹਿਗੁਰੂ ਦੀ, ਉਹ ਅਸਲ ਆ ਭਾਈ। ਜਿਵੇਂ ਦਰਖਤ ਦੀਂਦਾ, ਦਰਖਤ ਦੀ ਜਾੜਾ ਜਿਹੜੀ ਹੈਗੀ ਹੈ, ਪਰ ਸਿਆਣਿਆਂ ਨੂੰ ਪਤਾ, ਨਿਆਣੇ ਕਹਿ ਦਿੰਦੇ ਆ ਨਿਆਣਿਆਂ ਨੂੰ ਨਹੀਂ ਪਤਾ। ਐਂ ਕਹਿ ਲਈਏ ਵੀ ਨਿਆਣਿਆਂ ਨੂੰ ਨਹੀਂ ਇਹ ਗੱਲਾਂ ਦਾ ਪਤਾ ਲੱਗ ਸਕਦਾ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਨਿਆਣੇਪਣ 'ਚ ਆ, ਉਨਾ ਚਿਰ ਬਾਹਰੋਂ ਦਰਖਤ ਨਾਲ, ਸੰਸਾਰ ਨਾਲ ਜੁੜੇ ਆ। ਜਦੋਂ ਗੁਰੂ ਦਾ ਗਿਆਨ ਲੈ ਕੇ ਸਿਆਣੇ ਹੋ ਗਏ, ਫਿਰ ਪਰਮਾਤਮਾ ਨਾਲ ਜੁੜ ਜਾਾਂਗੇ, ਫਿਰ ਅੰਦਰ ਨਾਲ ਜੁੜ ਜਾਾਂਗੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਜਦੋਂ ਗੁਰੂ ਦੀ ਮੱਤ ਲਈ, ਫਿਰ ਕੀ ਹੋਇਆ? ਕਿਵੇਂ ਜਿੱਤਿਆ ਜਾ ਸਕਦਾ ਕਿਲਾ ਭਾਈ? ਪ੍ਰੇਮ ਪਲੀਤਾ ਸੁਰਤ ਹਬਾਈ, ਗੋਲਾ ਗਿਆਨ ਚਲਾਇਆ। ਮੈਂ ਤਾਂ ਭਾਈ ਹਾਰ ਗਿਆ ਸੀ। ਜਦੋਂ ਮੈਂ ਗੁਰੂ ਦਾ ਓਟ ਆਸਰਾ ਲਿਆ, ਗੁਰੂ ਨੇ ਮੈਨੂੰ ਪ੍ਰੇਮ ਕਰ ਦਿੱਤਾ ਸੱਚ ਦੇ ਨਾਲ, ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ, ਸੱਚਿਆਂ ਦੇ ਨਾਲ, ਗੁਰਮੁਖਾਂ ਦੇ ਨਾਲ, ਚੰਗੇ ਬੰਦਿਆਂ ਦੇ ਨਾਲ। ਤੇ ਮੈਂ ਮੇਰੀ ਹੋ ਗਈ ਪਰੇ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਪ੍ਰੇਮ ਦੇ ਅਰਥ ਵੀ ਇਹ ਹੈ, ਪਰੇ ਜਮਾ ਮੈਂ। ਪ੍ਰੇਮ ਹੋ ਗਿਆ, ਕਣ ਕਣ ਦੇ ਵਿੱਚ ਵਸਦੇ ਪਰਮਾਤਮਾ ਦੇ ਨਾਲ। ਇਹ ਪਲੀਤਾ ਲਾਇਆ ਪ੍ਰੇਮ ਦਾ। ਸੁਰਤ ਹਵਾਈ, ਸੁਰਤ ਗੁਰੂ ਦੇ ਨਾਲ ਜੁੜ ਕੇ ਹਵਾ 'ਚ ਗਈ, ਉੱਚੀ ਕੀਤੀ। ਭਾਵ ਮੈਂ ਥੱਲੇ ਤੁਰਿਆ ਫਿਰਦਾ ਸੀ, ਮੇਰੀਆਂ ਸੁਰਤੀਆਂ ਬਿਰਤੀਆਂ ਮੇਰੇ ਤੱਕ ਹੀ ਸੀਮਤ ਸੀ, ਮੈਂ ਆਪਣੇ ਪਰਿਵਾਰ ਤੱਕ ਹੀ ਸੀਮਤ ਸੀ, ਗਾਹਾਂ ਪਰਉਪਕਾਰੀ ਹੋਇਆ ਹੀ ਨਹੀਂ ਸੀ। ਥੋੜ੍ਹਾ ਜਿਹਾ ਬਸ ਮੈਨੂੰ ਇੰਨਾ ਕੁ ਆਪਦੇ ਜੀਵਨ ਦਾ ਪਤਾ ਸੀ, ਹੋਰ ਵਿਸ਼ਾਲ ਖੇਤਰ ਦਾ ਮੈਨੂੰ ਪਤਾ ਹੀ ਨਹੀਂ ਸੀ। ਜਿੰਨਾ ਚਿਰ ਮੈਂ ਤਿੰਨਾਂ ਗੁਣਾਂ ਦੀ ਖਾਈ ਦੇ ਵਿੱਚੋਂ ਨਹੀਂ ਨਿਕਲਿਆ, ਜਿੰਨਾ ਚਿਰ ਮੈਂ ਰਜੋ ਤਮੋ ਸਤੋ ਦੇ ਚੱਕਰ 'ਚੋਂ ਨਹੀਂ ਨਿਕਲਿਆ, ਜਿੰਨਾ ਚਿਰ ਮੈਂ ਚੌਥੇ ਪਦ ਦੇ ਵਿੱਚ ਨਹੀਂ ਪਹੁੰਚਿਆ, ਜਿੰਨਾ ਚਿਰ ਮੈਂ ਆਨੰਦਤ ਅਵਸਥਾ ਦੇ ਵਿੱਚ ਨਹੀਂ ਪਹੁੰਚਿਆ, ਜਿੰਨਾ ਚਿਰ ਮੈਨੂੰ ਤੀਜਾ ਨੇਤਰ ਨਹੀਂ ਗੁਰੂ ਤੋਂ ਪ੍ਰਾਪਤ ਹੋਇਆ, ਜਿੰਨਾ ਚਿਰ ਗੁਰੂ ਦੀ ਅੱਖ ਨਹੀਂ ਮਿਲੀ, ਜਿੰਨਾ ਚਿਰ ਗੁਰਬਾਣੀ ਨੇ ਮੇਰੇ ਅੰਦਰ ਗਈ, ਜਿੰਨਾ ਚਿਰ ਗੁਰਬਾਣੀ ਦਾ ਚਾਨਣ ਨਹੀਂ ਗਿਆ ਮੇਰੇ ਅੰਦਰ, ਉਹਨਾਂ ਚਿਰ ਗੱਲ ਨਹੀਂ ਬਣੀ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਦੋਂ ਗੁਰੂ ਦਾ ਗਿਆਨ ਗਿਆ ਅੰਦਰ, ਇਹ ਫਿਰ ਗੋਲਾ ਚਲਾਇਆ, ਗੋਲਾ ਗਿਆਨ ਚਲਾਇਆ। ਬੈਠਾ ਨਾ ਉੱਧਰ ਮਨ ਪੂਰਾ ਨਕਸ਼ਾ ਬਣਿਆ ਹੋਇਆ, ਸਾਰਾ ਕੁਛ ਉਸ ਤਰ੍ਹਾਂ ਜਿਹੜਾ ਹੈ ਕਿਲੇ ਦਾ ਰਾਜਾ ਬਣਿਆ ਬੈਠਾ। ਜਦੋਂ ਮੈਂ ਗੁਰੂ ਦੇ ਲੜ ਲੱਗਿਆ, ਗੁਰੂ ਦੇ ਲੜ ਲੱਗ ਕੇ ਪ੍ਰੇਮ ਕੀਤਾ, ਪ੍ਰੇਮ ਦਾ ਲਾਇਆ ਪਲੀਤਾ, ਸੁਰਤ ਕੀਤੀ ਉੱਚੀ, ਤੇ ਗਿਆਨ ਦਾ ਮੈਂ ਚਲਾਇਆ ਗੋਲਾ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ। ਫਿਰ ਕੀ ਹੋਇਆ ਜੀ? ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕਹਿ ਚੋਟ ਸਿਝਾਇਆ। ਬ੍ਰਹਮ ਅਗਨ ਬਣਨ ਲੱਗੀ ਗੁਰੂ ਦੇ ਗਿਆਨ ਦੇ ਨਾਲ। ਅੰਦਰ ਹੈ ਤਾਂ ਹੈ ਅਗਨ, ਗਿਆਨ ਹਰ ਮਨੁੱਖ ਦੇ ਅੰਦਰ ਆ। ਗਿਆਨ ਦੀ ਅਗਨੀ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਅੱਗ ਹਰੇਕ ਲੱਕੜ ਦੇ ਵਿੱਚ, ਹਰੇਕ ਦੁੱਧ ਦੇ ਵਿੱਚ ਜਿਹੜਾ ਹੈ ਛੁਪਿਆ ਹੋਇਆ ਘਿਓ ਆ।
ਪਰ ਮਿਹਨਤ ਕਰਨੀ ਪਊ ਭਾਈ। ਜਦੋਂ ਗੁਰੂ ਦੇ ਲੜ ਲੱਗੇ, ਬ੍ਰਹਮ ਅਗਨ ਸਹਿਜੇ ਪਰਜਾਲੀ, ਅੰਦਰ ਬ੍ਰਹਮ ਦੀ ਗਿਆਨ ਦੀ ਅਗਨੀ ਜਿਹੜੀ ਲਟ ਲਟ ਕਰ ਉੱਠੀ, ਇਹ ਕਹਿ ਚੋਟ ਸੁਝਾਇਆ। ਇਹ ਸਾਰਾ ਇਹਦਾ ਕਿਲਾ ਬਣਿਆ ਹੋਇਆ ਝੂਠ ਤੂਫਾਨ ਦਾ, ਮੇਰੇ ਅੰਦਰੋਂ ਮਨ ਦਾ, ਗੁਰੂ ਦਾ ਓਟ ਆਸਰਾ ਲੈ ਕੇ ਜਦੋਂ ਚਲਾਇਆ ਗਿਆਨ ਦਾ ਗੋਲਾ, ਇੱਕੋ ਹੀ ਗੋਲੇ ਨੇ ਸਾਰਾ ਕੁਝ ਫਨਾਹ ਕਰ ਦਿੱਤਾ। ਗੁਰਮੁਖ ਪਿਆਰਿਓ, ਹਨੇਰਾ ਭਾਵੇਂ 100 ਸਾਲ ਦਾ ਹੋਵੇ, ਜਿੱਦਾਂ ਬਲਬ ਜਗ ਪਿਆ ਨਾ, ਸਾਰਾ ਹਨੇਰਾ ਖਤਮ। ਕਿਉਂ? ਕਿਉਂਕਿ ਹਨੇਰੇ ਦੀ ਕੋਈ ਹੋਂਦ ਨਹੀਂ ਹੁੰਦੀ। ਹਨੇਰਾ ਉੱਥੇ ਹੁੰਦਾ ਜਿੱਥੇ ਚਾਨਣ ਨਾ ਹੋਵੇ। ਜਿੱਥੇ ਚਾਨਣ ਹੋ ਗਿਆ ਉੱਥੇ ਹਨੇਰਾ ਖਤਮ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਸਤ ਤੇ ਸੰਤੋਖ ਦੀ ਫੌਜ ਨੂੰ ਲੈ ਕੇ ਨਾਲ ਗੁਰੂ ਨੇ ਫਿਰ ਫੌਜ ਵੀ ਦਿੱਤੀ ਨਾ ਆਪਣੇ ਕੋਲੋਂ, ਕਿਉਂਕਿ ਮੇਰੇ ਕੋਲ ਤਾਂ ਕੁਛ ਹੈ ਨਹੀਂ ਸੀ ਨਾ, ਮੇਰੇ ਕੋਲ ਚੱਜ ਦੀ ਉਹ ਸੀਗੀ ਧੁਨਖ ਨਾ ਤੀਰ, ਮੈਂ ਤਾਂ ਇੱਧਰ ਫਸਿਆ ਹੋਇਆ ਸੀ। ਫਿਰ ਗੁਰੂ ਨੇ ਫੌਜ ਦਿੱਤੀ ਆਪਦੀ ਗੁਪਤ। ਕਿਹੜੀ ਫੌਜ ਦਿੱਤੀ? ਇਹਨੂੰ ਕਹਿੰਦੇ ਆ ਗੁਰਮੁਖ ਨਾ ਜਿਹੜੇ ਚੜ੍ਹਦੀ ਕਲਾ 'ਚ ਰਹਿੰਦੇ ਆ, ਫੌਜ ਨਾਲ ਰਹਿੰਦੀ ਆ, ਸਾਰਾ ਕੁਝ ਆ ਅੰਤਰੀਵ ਭਾਵ ਦੇ ਵਿੱਚ ਆ। ਮਿਹਨਤ ਕਰਨੀ ਪਵੇਗੀ। ਪਹਿਲਾਂ ਗਿਆਨ ਖੰਡ ਦੇ ਵਿੱਚ ਸੁਰਤ ਨੂੰ ਪਹੁੰਚਾਉਣਾ ਵਾਹਿਗੁਰੂ, ਧਰਮ ਖੰਡ ਦੇ ਵਿੱਚ ਪ੍ਰਵੇਸ਼ ਕਰਨਾ ਪਊਗਾ, ਸੁਰਤ ਨੂੰ, ਧਰਮ ਨੂੰ ਜਾਣਨਾ ਪਊਗਾ। ਅਸਲ ਧਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਗਿਆਨ, ਗੁਰੂ ਦਾ ਗਿਆਨ ਲੈਣਾ ਪਵੇਗਾ। ਗਿਆਨ ਲਈਏ, ਗਿਆਨ ਖੰਡ ਵਿੱਚ ਅਵਸਥਾ ਪਹੁੰਚੇਗੀ ਸਾਡੀ। ਇਹ ਸੁਰਤ ਦਾ ਸਫ਼ਰ ਆ। 5 ਡਿਗਰੀਆਂ ਜਿਵੇਂ ਆਪਾਂ ਕਹਿ ਦਿੰਦੇ ਆ ਬਈ ਮੈਟ੍ਰਿਕ ਆ, +2 ਆ, ਤੇ ਆਪਣੀ ਆਹ BA ਆ, MA ਆ, ਇਸ ਤਰ੍ਹਾਂ ਇਹ ਅੰਦਰਲੀਆਂ ਵੀ ਡਿਗਰੀਆਂ ਭਾਈ। ਪਹਿਲੀ ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਫਿਰ ਉਹ ਗਿਆਨ ਤੇ ਚੱਲਣਾ ਸ਼ਰਮ ਖੰਡ, ਤੇ ਫਿਰ ਆਉਂਦਾ ਬਖਸ਼ਿਸ਼ ਦਾ ਖੰਡ ਕਰਮ ਖੰਡ, ਤੇ ਉਦੋਂ ਬਾਅਦ ਜਿਉਂਦਾ ਹੀ ਬੰਦਾ ਸੱਚਖੰਡ ਵਾਸੀ ਹੋ ਸਕਦਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਇਹ ਐਸਾ ਗੁਰਬਾਣੀ ਦਾ ਗਿਆਨ ਹੈ ਜੀ। ਤੇ ਗੁਰੂ ਨੇ ਦਿੱਤੀ ਫੌਜ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਗੁਰ ਪ੍ਰਸਾਦ ਪ੍ਰਾਪਤ ਕਰਕੇ, ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਗੁਪਤ ਫੌਜ ਦੇ ਦਿੱਤੀ ਸਤ ਤੇ ਸੰਤੋਖ ਦੀ, ਤੇ ਮੈਂ ਫਿਰ ਲੱਗ ਗਿਆ ਲੜਨ। ਦੋਨੇ ਦਰਵਾਜੇ ਪਾਪ ਤੇ ਪੁੰਨ ਦੇ ਭੰਨ ਦਿੱਤੇ, ਤੋੜ ਦਿੱਤਾ ਸਾਰਾ ਕਿਲਾ। ਸਾਧ ਸੰਗਤ ਯਾਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। 2 ਚੀਜ਼ਾਂ ਚਾਹੀਦੀਆਂ ਭਾਈ, ਸਾਧ ਸੰਗਤ, ਗੁਰੂ ਸਾਧੂ ਦਾ ਸੰਗ ਕਰਨਾ, ਗੁਰਬਾਣੀ ਦਾ ਸੰਗ ਕਰਨਾ, ਗੁਰਬਾਣੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਟਿਕ ਕੇ ਸੁਣਨਾ। ਇਸ ਤਰ੍ਹਾਂ ਦਾ ਮਾਹੌਲ, ਕਿਉਂਕਿ ਔਰਾ ਬਣ ਜਾਂਦਾ ਗੁਰਮੁਖ ਪਿਆਰਿਓ। ਇਕੱਲੇ ਤੋਂ ਠੀਕ ਆ, ਸਮਝ ਤਾਂ ਸਕਦਾ ਬੰਦਾ, ਇੱਥੇ ਜਿਹੜਾ ਗੁਰੂ ਦੇ ਆਲੇ ਦੁਆਲੇ ਬੈਠਣਾ ਨਾ, ਇਹ ਗੱਲਾਂ ਹੀ ਹੋਰ ਆ। ਸਾਧ ਸੰਗਤ ਬਣ ਜਾਂਦੀ ਹੈ ਇੱਥੇ ਆ ਕੇ। ਜਿਹੜਾ ਹੈ ਬਸ ਮੈਨੂੰ ਨਹੀਂ ਪਤਾ ਕੀ ਬਣਦਾ ਬੰਦਾ, ਬਸ ਇਹੀ ਚੀਜ਼ ਚਾਹੀਦੀ ਹੈ ਵੀ ਬਾਹਰੋਂ ਅਸੀਂ ਸਿੱਖਣ ਆਉਂਦੇ ਹਾਂ, ਜਦੋਂ ਅਸੀਂ ਆ ਗਏ ਅੰਦਰ ਉਦੋਂ ਸਾਧ ਸੰਗਤ ਬਣ ਗਈ। ਬਸ ਸਾਰਾ ਬੈਰ ਵਿਰੋਧ ਸਾਰਾ ਕੁਛ ਪਿੱਛੇ, ਜਿੱਥੇ ਜੁੱਤੀਆਂ ਲਾਈਆਂ ਉੱਥੇ ਛੱਡ ਦਿੱਤਾ। ਹੁਣ ਆਪਣੇ ਆਪ ਨੂੰ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇੱਥੋਂ ਸ਼ੁਰੂਆਤ ਹੋਣੀ ਹੈ। ਜਾਂ ਆਪਾਂ ਐਂ ਕਹਿ ਲਈਏ ਆਪ ਸਵਾਰਾ ਹੈ, ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ। ਸਾਧ ਸੰਗਤ ਜਿੱਥੇ ਮਨ ਸਾਧਿਆ ਜਾਂਦਾ ਹੈ ਉਹਨੂੰ ਸਾਧ ਸੰਗਤ ਕਹਿੰਦੇ ਆ। ਔਰ ਗੁਰ ਕੀ ਕਿਰਪਾ, ਦੋਨੋਂ ਹੀ ਦੇਖ ਲਓ ਹੋ ਗਈਆਂ। ਜਦੋਂ ਗੁਰੂ ਦੇ ਅਸੀਂ ਆਲੇ ਦੁਆਲੇ ਬੈਠ ਕੇ ਬੱਚਿਆਂ ਵਾਂਗੂ, ਦੇਖੋ ਸੁਣਾਉਣ ਵਾਲਾ ਕੇਵਲ ਸਪੀਕਰ ਦੀ ਨਿਆਈ ਹੁੰਦਾ। ਮੈਂ ਕੋਈ ਸਿਆਣਾ ਸੁਣਾ ਨਹੀਂ, ਮੈਨੂੰ ਕੋਈ ਅਕਲ ਮੱਤ ਨਹੀਂ ਹੈ, ਮੈਂ ਵੀ ਅਕਲ ਲੈਣੀ ਹੈ। ਸੁਣਾਉਣ ਵਾਲਾ ਸਿਰਫ ਇੱਕ ਸਪੀਕਰ ਹੁੰਦਾ। ਬਚਨ ਕਿਹਦੇ? ਗੁਰੂ ਦੇ। ਭਗਤ ਕਬੀਰ ਜੀ ਦੇ ਬਚਨ, ਜੇ ਮੈਂ ਤੁਹਾਨੂੰ ਸੁਣਾਤੇ ਹੋ ਸਕਦਾ ਮੇਰਾ ਕਾਰਜ ਰਹਿ ਜਾਵੇ, ਤੁਹਾਡਾ ਹੋ ਜਾਵੇ। ਇੱਥੇ ਕੋਈ ਮਤਲਬ ਨਹੀਂ ਹੈ ਕਿਸੇ ਦਾ। ਜਿਹਨੇ ਮੰਨ ਲਈ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਕਈ ਵਾਰੀ ਸੁਣਾਉਣ ਵਾਲਾ ਰਹਿ ਜਾਂਦਾ, ਕਈ ਵਾਰੀ ਸੁਣਨ ਵਾਲੇ ਦਾ ਹੀ ਇਸ਼ਨਾਨ ਹੋ ਜਾਂਦਾ। ਸੋ ਗੁਰਮੁਖ ਪਿਆਰਿਓ, ਸਾਧ ਸੰਗਤ, ਜਿੱਥੇ ਸੱਚ ਦੀ ਸੰਗਤ, ਜਿੱਥੋਂ ਸਾਨੂੰ ਆਤਮਾ ਤੇ ਪ੍ਰਮਾਤਮਾ ਦਾ ਗਿਆਨ ਹੋਵੇ। ਗੁਰਬਾਣੀ ਸਾਰਾ ਗਿਆਨ ਬਖਸ਼ਿਸ਼ ਕਰਦੀ ਹੈ। ਸਾਧ ਸੰਗਤ, ਅਰ ਦਾ ਅਰਥ ਹੈ ਜਾਂ
ਜਾਂ ਅਤੇ ਵੀ ਕਹਿ ਸਕਦੇ ਹਾਂ ਆਪਾਂ ਗੁਰ ਕੀ ਕਿਰਪਾ, ਕਿਉਂਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰਪ੍ਰਸਾਦ ਪ੍ਰਾਪਤ ਹੁੰਦਾ। ਪਕੜਿਓ ਗੜ ਕੋ ਰਾਜਾ, ਭਗਤ ਕਬੀਰ ਜੀ ਆਪਣੀ ਜਿਹੜੀ ਹੈ ਜਿਵੇਂ ਪਕੜਿਆ ਜਾ ਸਕਦਾ ਮਨ ਰੂਪੀ ਰਾਜਾ, ਸਾਰਾ ਸਮਝਾ ਦਿੱਤਾ ਭਾਈ ਐਂ ਪਕੜਿਆ ਜਾ ਸਕਦਾ। ਪਹਿਲਾਂ ਟਿਕਣਾ, ਬਾਹਰੋਂ ਮਨ ਨੂੰ ਟਿਕਾਉਣਾ, ਗੁਰੂ ਦੇ ਬਚਨਾਂ ਨੂੰ ਸਰਵਣ ਕਰਨਾ, ਆਪਣੇ 'ਤੇ ਟਿਕਾਉਣਾ, ਅਤੇ ਇਸ ਤਰ੍ਹਾਂ ਗੁਰਪ੍ਰਸਾਦ ਪ੍ਰਾਪਤ ਕਰਕੇ ਅਸੀਂ ਅੰਦਰੋਂ ਜਿਹੜੇ ਬੁਰੇ ਮਨ ਰੂਪੀ ਰਾਜੇ ਨੂੰ ਪਕੜ ਸਕਦੇ ਹਾਂ। ਭਗਵਤ ਪੀਰ ਸਖਤ ਸਿਮਰਨ ਕੀ, ਕਟੀ ਕਾਲ ਭੈ ਫਾਸੀ। ਭਗਵਤ ਭੀਰ, ਭਗਵਤ ਭੀਰ ਹੁੰਦੀ ਹੈ ਭਗਵਾਨ ਦੇ ਪਿਆਰਿਆਂ ਦੀ ਭੀੜ। ਭੀੜ ਤੋਂ ਭਾਵ ਕਈ ਜਾਣੇ ਰਲ ਕੇ ਜਦੋਂ ਬਹਿੰਦੇ ਆ ਨਾ, ਉਦੋਂ ਆਨੰਦ ਹੀ ਕੁਝ ਹੋਰ ਹੁੰਦਾ। ਸ਼ਕਤ ਸਿਮਰਨ ਕੀ, ਪਰਮਾਤਮਾ ਵਾਹਿਗੁਰੂ ਦੇ ਸਿਮਰਨ ਵੱਲ ਨੂੰ ਧਿਆਨ ਜਾਂਦਾ ਜਦੋਂ ਅਸੀਂ ਟਿਕ ਕੇ ਐਨ ਸ਼ਾਂਤੀ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਅਤੇ ਸਮਝਦੇ ਹਾਂ। ਧਿਆਨ ਰੱਖਿਓ, ਛੇਤੀ ਪੜ੍ਹਨ ਦੇ ਨਾਲ ਉਹ ਪੜ੍ਹ ਗੱਡੇ ਲੱਦੀਆ ਵਾਲੀ ਗੱਲ ਨਾ ਹੋ ਜਾਵੇ ਕਿਤੇ। ਜਦੋਂ ਸਮਝਦੇ ਹਾਂ ਤਾਂ ਸਿਮਰਨ ਹੁੰਦਾ ਸਾਡਾ, ਕਿਉਂਕਿ ਜਿੰਨਾ ਚਿਰ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਉਦੋਂ ਦੁਨਿਆਵੀ ਗੱਲਾਂ ਨਹੀਂ ਇਹਦੇ ਵਿੱਚ ਆ ਸਕਦੀਆਂ। ਦੁਨਿਆਵੀ ਗੱਲਾਂ ਹੋਰ ਆ, ਅਤੇ ਇਹ ਜਿਹੜੀ ਭਗਤਾਂ 'ਤੇ ਸਾਰੀਆਂ ਜੋੜ ਕਦੇ ਨਾ ਹੋਵੇ, ਜੋੜ ਨਹੀਂ ਇਹ ਹੁੰਦਾ। ਸਿਮਰਨ ਕੀ ਕਟੀ ਕਾਲ ਭੈ ਫਾਸੀ, ਮੈਂ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਯਾਦ ਦੀ ਸ਼ਕਤੀ ਦੇ ਨਾਲ, ਸਿਮਰਨ ਦੀ ਸ਼ਕਤੀ ਦੇ ਨਾਲ ਕੱਟੀ ਕਾਲ ਭੈ ਫਾਸੀ। ਜਿਹੜੀ ਕਾਲ ਨੇ ਮੈਨੂੰ ਅੰਦਰੋਂ ਫਾਸੀ ਪਾਈ ਸੀ, ਬੰਧਨ ਪਾਏ ਸੀ, ਮੈਨੂੰ ਜਕੜਿਆ ਹੋਇਆ ਸੀ, ਮੈਂ ਜਿਹੜਾ ਸੀ ਗੁਰੂ ਦੀ ਕਿਰਪਾ ਦੇ ਨਾਲ ਉਹ ਫਾਸੀ, ਉਹ ਫੰਦੇ ਕੱਟੇ ਜਾ ਸਕਦੇ ਆ ਜੇ ਅਸੀਂ ਗੁਰੂ ਦੇ ਆਲੇ ਦੁਆਲੇ ਬੈਠ ਕੇ ਪ੍ਰੇਮ ਭਾਵਨਾ ਦੇ ਨਾਲ ਇਹ ਸੱਚੇ ਗਿਆਨ ਨੂੰ ਪ੍ਰਾਪਤ ਕਰੀਏ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਿਨਾਸੀ। ਦਾਸ ਕਮੀਰ, ਪਹਿਲਾਂ ਕੰਮ ਹੈ ਦਾਸਾ ਭਾਵ ਹੋਣਾ, ਕਿਉਂਕਿ ਗੁਰੂ ਦੇ ਸਾਹਮਣੇ ਆ ਕੇ ਮੱਥਾ ਟੇਕਣ ਦਾ ਅਸਲ ਅੰਤਰੀ ਭਾਵ ਦੇ ਵਿੱਚ ਅਰਥ ਇਹ ਹੁੰਦਾ ਗੁਰਮੁਖ ਪਿਆਰਿਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਆਪਣੀ ਅਕਲ ਮੱਤ ਦਾ ਮੱਥਾ ਟੇਕ ਦਿੱਤਾ। ਮੇਰੀ ਅਕਲ ਮੱਤ ਕਿਸੇ ਕੰਮ ਦੀ ਨਹੀਂ, ਕਿਸੇ ਕੰਮ ਨਹੀਂ ਆਈ। ਅੱਜ ਤੱਕ ਮੈਂ ਹਾਰ ਗਿਆ, ਮੈਂ ਡਿੱਗ ਪਿਆ। ਹੁਣ ਮੈਨੂੰ ਤੁਸੀਂ ਅਕਲ ਦਿਓ, ਗਿਆਨ ਦਿਓ, ਮੱਤ ਦਿਓ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ ਅਤੇ ਅਕਲੀ ਕੀਚੈ ਦਾਨ। ਇਹ ਅਕਲ ਮੱਤ ਕਿੱਥੋਂ ਮਿਲਣੀ ਹੈ? ਗੁਰੂ ਤੋਂ। ਦਾਸ ਕਮੀਰ, ਜਦੋਂ ਅਕਲ ਲਈ ਮੱਤ ਲਈ ਪਹਿਲੀ ਕੰਮ ਕੀ ਹੈ? ਨਿਸ਼ਾਨੀ ਅਕਲ ਦੀ ਮੱਤ ਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਈ। ਨਿਸ਼ਾਨੀ ਇਹ ਹੈ ਅਕਲ ਦੀ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਦਾਸਾ ਭਾਵ ਆ ਜਾਊਗਾ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਦਾਸ ਨੇ, ਕਬੀਰ ਨੇ ਤਾਂ ਭਾਈ ਆਏਂ ਜਿਹੜਾ ਸੀ ਰਾਜ ਪ੍ਰਾਪਤ ਕੀਤਾ, ਆਏਂ ਮਨ ਨੂੰ ਜਿੱਤਿਆ ਗੁਰੂ ਦੀ ਕਿਰਪਾ ਦੇ ਨਾਲ। ਹੁਣ ਇਹ ਕਿਹਨੂੰ ਸਮਝਾਇਆ ਜਾ ਰਿਹਾ? ਭਗਤ ਕਬੀਰ ਜੀ ਨੇ ਜਿੱਤ ਲਿਆ। ਇਹ ਸਾਡੇ ਵਾਸਤੇ ਗਿਆਨ ਆ ਗੁਰਮੁਖ ਪਿਆਰਿਓ, ਇਹ ਹੁਣ ਵਾਸਤੇ ਆ, ਪ੍ਰੈਜੈਂਟ ਵਾਸਤੇ ਆ ਵੀ ਅਸੀਂ ਆਪਣੇ ਮਨ ਨੂੰ ਕਿਵੇਂ ਜਿੱਤਣਾ। ਗੁਰੂ ਦੀ ਕਿਰਪਾ ਨਾਲ ਅਸੀਂ ਜਿੱਤ ਸਕਦੇ ਹਾਂ। ਉਸ ਤੋਂ ਬਾਅਦ ਫਿਰ ਕੀ ਹੋਵੇਗਾ? ਉਸ ਤੋਂ ਬਾਅਦ ਸੱਚਾ ਧਰਮੀ ਹੋ ਜੂ ਬੰਦਾ। ਕਿਸੇ ਵੀ ਧਰਮ ਦੇ ਵਿੱਚ ਉਹ ਸੱਚਾ ਹੋ ਜਾਊਗਾ, ਉਹ ਅਸਲੀ ਹੋ ਜਾਊਗਾ। ਫਿਰ ਜੇ ਉਹਦੇ ਨਾਲ ਕੋਈ ਜੁੜ ਗਿਆ ਉਹ ਤਰ ਸਕਦਾ। ਜਿਹੜਾ ਨਕਲ ਆ, ਜਿਹੜਾ ਮਨ ਸਾਡਾ ਵਿਗੜਿਆ ਹੋਇਆ ਉਹ ਖਤਮ ਹੋ ਜੂ। ਦੋ ਹੀ ਜਿਹੜੇ ਸੰਸਾਰ ਦੇ ਵਿੱਚ ਬਿਰਤੀਆਂ ਚੱਲ ਰਹੀਆਂ, ਨੈਗੇਟਿਵ ਅਤੇ ਪੋਜ਼ੀਟਿਵ, ਚੰਗਾ ਅਤੇ ਮੰਦਾ। ਗੁਰਬਾਣੀ ਦੇ ਵਿੱਚ ਵੀ ਇਹੀ ਸਮਝਾਇਆ ਵੀ ਇੱਕ ਮਨਮੁਖਾਂ ਦੀ ਖੇਡ ਆ, ਇੱਕ ਗੁਰਮੁਖਾਂ ਦੀ ਖੇਡ ਆ। ਜਿਹੜੇ ਗੁਰੂ ਮੁਤਾਬਕ ਆ ਉਹ ਗੁਰਮੁਖ ਆ, ਉਹ ਸਤਿਕਾਰਯੋਗ ਆ, ਉਹ ਧੰਨਤਾ ਦੇ ਯੋਗ ਆ। ਉਹ ਜਿੰਨਾ ਕਹਿ ਲਈਏ, ਜਿੰਨਾ ਸੁਲਾ ਲਈਏ
ਉਨਾ ਹੀ ਚੰਗਾ। ਦੂਜੇ ਪਾਸੇ ਆ ਜਿਹੜੇ ਭਾਈ ਮਨਮੁਖ, ਇਹੀ ਬਿਰਤੀਆਂ ਸਾਡੀਆਂ ਜਿਹੜੀਆਂ ਹੈਗੀਆਂ ਦੋ ਅੰਦਰ ਆ। ਅਸੀਂ ਮਨਮੁਖਾਂ ਤੋਂ ਬਚਣਾ, ਗੁਰਮੁਖਾਂ ਦਾ ਸੰਗ ਕਰਨਾ। ਬਸ ਆਹੀ ਸਮਝਾਇਆ, ਇਹੀ ਸਾਡੇ ਅੰਦਰ ਆ। ਜਦੋਂ ਸਾਡੀ ਮਨਮੁਖ ਵਾਲੀ ਬਿਰਤੀ ਹੈ, ਉਦੋਂ ਇਸ ਤਰ੍ਹਾਂ ਮਨ ਆ ਜਿਹੜਾ ਸਾਰਾ ਮਾਵਾਸੀ ਰਾਜਾ ਬਣਿਆ ਹੋਇਆ। ਜਦੋਂ ਗੁਰੂ ਦੀ ਕਿਰਪਾ ਨਾਲ ਅੰਦਰਲਾ ਇਹ ਕਾਰਜ ਕਰ ਲਿਆ, ਇਹ ਹੋਣਾ ਆਪਣੇ ਹੱਥੀਂ ਹੀ ਆ ਭਾਈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਉਦੋਂ ਬਾਅਦ ਦਾ ਜਿਹੜਾ ਜੀਵਨ ਆ ਉਹ ਗੁਰਮੁਖਾਂ ਵਾਲਾ ਆਨੰਦਿਤ ਜੀਵਨ ਹੋਵੇਗਾ। ਉਹ ਜੀਵਨ ਹੋਏਗਾ ਸਤਿਗੁਰ ਕੈ ਜਨਮੈ ਗਬਨ ਮਟਾਇਆ। ਆਵਾ ਗੌਣ ਮਨੁੱਖ ਨੇ ਕੱਟ ਲਿਆ, ਖਤਮ ਕਰ ਲਿਆ। ਉਹਨੂੰ ਆਪਾਂ ਰੱਬ ਦਾ ਰੂਪ ਵੀ ਕਹਿ ਲਈਏ, ਸਿੱਖ ਕਹਿ ਲਈਏ, ਸਾਧੂ ਕਹਿ ਲਈਏ, ਸੰਤ ਕਹਿ ਲਈਏ, ਚੰਗਾ ਇਨਸਾਨ ਕਹਿ ਲਈਏ। ਉਹ ਫਿਰ ਚੰਗੇ ਚੰਗੇ ਕੰਮ ਕਰਕੇ ਜਾਏਗਾ ਜਿਹਦਾ ਅੰਦਰ ਸਬਰ ਗਿਆ। ਇਸ ਤਰ੍ਹਾਂ ਅਸੀਂ ਆਪਣਾ ਇਹ ਕਾਰਜ ਕਰ ਸਕਦੇ ਹਾਂ। ਭਗਤ ਕਬੀਰ ਜੀ ਨੇ ਆਪਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਸਮਝਾਇਆ। ਸੋ ਗੁਰਮੁਖ ਪਿਆਰਿਓ, ਗਿਆਨ ਆ ਜਿਹੜਾ ਗੁਰਬਾਣੀ ਦਾ ਇਹ ਸਮੁੰਦਰ ਦੀ ਨਿਆਈ ਹੈ। ਮੱਤ ਇੱਕ ਬੂੰਦ ਕੀ ਜਿੰਨੀ ਹੈ। ਇੱਕ ਬੂੰਦ ਸਮੁੰਦਰ ਦਾ ਪੂਰਾ ਵਿਖਿਆਨ ਕਿਵੇਂ ਕਰ ਸਕਦੀ ਹੈ। ਇਸ ਕਰਕੇ ਮੈਂ ਆਪਣੇ ਵੱਲੋਂ ਤਾਂ ਕੋਸ਼ਿਸ਼ ਪੂਰੀ ਕੀਤੀ ਆ ਵੀ ਸਮਝ ਲੱਗ ਜਾਵੇ ਸਾਡਾ, ਅਸੀਂ ਮਨ 'ਤੇ ਕਿਵੇਂ ਮਨ ਜੀਤੇ ਜਗ ਜੀਤ ਵਾਲੀ ਅਵਸਥਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਫਿਰ ਵੀ ਵਿਚਾਰਾਂ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਗਲਤੀਆਂ ਕਮੀਆਂ ਰਹਿ ਗਈਆਂ ਹੋਣਗੀਆਂ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।